Okay, students, now in this video, we are resuming the second part of the chapter. I mean, the second video in which I am going to discuss this chapter. The second part means the rest of the chapter. I got into a railway carriage at a country station the other morning and settled down for what the schoolboys would call as R's sword at Blue Book. I was not reading it for pleasure. मैं हासे ਲਈ ਉਹਨੂੰ ਨਹੀਂ read ਕਰ ਰਹੀ ਸੀ Blue Book ਨੂੰ. Truth is that I never do read blue books for pleasure. ਦੇਖੋ ਇਹ ਥੋੜੀ ਜਿਹੀਆਂ ਬੁੱਕਸ ਇਹੋ ਜਿਹੀਆਂ ਹੁੰਦੀਆਂ ਜੋ ਬॉयਜ਼ ਨੂੰ ਪਲੇਜ਼ਰ ਦਿੰਦੀਆਂ ਇਹਨਾਂ ਨੇ ਇਹ ਚੀਜ਼ ਲਿਖੀ ਹੈ ਸਕੂਲ ਬॉयਜ਼ ਉਸ ਨੂੰ ਪੜ੍ਹਨਾ ਚਾਹੁੰਦੇ ਆ ਬਟ ਮੈਂ ਨਹੀਂ ਪੜ੍ਹੀ ਆਈ ਰੀਡ them as lawyer reads a brief for the very humble purpose of turning an honest penny out of them. Now, if you are reading a book for pleasure, it doesn't mean that what is going on around you. I think I could enjoy a really good novel even in the midst of an earthquake. देखो उन्होंने ਇਹਨਾਂ ਨੇ ਕੀ ਚੀਜ਼ ਕਹੀ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਆਪਾਂ ਕੋਈ ਇਹੋ ਜਿਹੀ ਬੁੱਕ ਰੀਡ ਕਰ ਰਹੇ ਹਾਂ ਜਾਂ ਕੋਈ ਇਹੋ ਜਿਹੀ ਮੂਵੀ ਦੇਖ ਰਹੇ ਹਾਂ ਜੋ ਸਾਰਿਆਂ ਦੇ ਵਿੱਚ ਨਹੀਂ ਦੇਖੀ ਜਾ ਸਕਦੀ ਪਰ ਫਿਰ ਵੀ ਆਪਾਂ ਦੇਖ ਰਹੇ ਹਾਂ ਜਾਂ ਪੜ੍ਹ ਰਹੇ ਹਾਂ ਤਾਂ ਉਹਦੇ ਨਾਲ ਆਪਾਂ ਤਾਂ ਲਿਬਰਟੀ ਹੈ ਬਟ ਸੋਸ਼ਲ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਵੀ ਆਰ ਨਾਟ ਕਰੈਕਟ ਔਨ ਦੈਟ ਪੁਆਇੰਟ ਸਾਨੂੰ ਉਹੀ ਚੀਜ਼ ਕਰਨੀ ਚਾਹੀਦੀ ਹੈ ਜੋ ਦੂਸਰਿਆਂ ਨੂੰ ਵੀ ਚੰਗਾ ਲੱਗੇ ਜਿਵੇਂ ਕਹਿੰਦੇ ਨਾ ਕਿ ਪਾਓ ਵੀ ਜੱਗ ਪਾਉਂਦਾ ਖਾਓ ਮਨ ਪਾਉਂਦਾ ਉਹ ਚੀਜ਼ ਹੈ ਕਿ ਅਸੀਂ ਖਾ ਤਾਂ ਆਪਦੀ ਮਰਜ਼ੀ ਨਾਲ ਸਕਦੇ ਹਾਂ ਪਰ ਜੇ ਪਾਈਏ ਜਾਂ ਕੋਈ ਬਿਹੇਵ ਕਰੀਏ ਜਦੋਂ ਆਪਣੇ ਨਾਲ ਸੋਸਾਇਟੀ ਜੁੜ ਜਾਂਦੀ ਹੈ ਤਾਂ ਇਸ ਤਰ੍ਹਾਂ ਬਿਹੇਵ ਕਰੀਏ ਕਿ ਉਹਨਾਂ ਦੀ ਲਿਬਰਟੀਜ਼ ਵੀ ਖਰਾਬ ਨਾ ਹੋਣ ਬਟ when you are reading a thing as a task you need reasonable quiet and that is what I didn't get for at the next station in came a couple of men one of whom talked to his friend for the rest of the journey in a loud pompous voice pompous ਹੁੰਦਾ ਪਾਡੀ ਮਾਰਨ ਦੇ ਤਰੀਕੇ ਨਾਲ ਉੱਚੀ ਉੱਚੀ ਸਟੇਸ਼ਨ ਤੇ ਮੈਂ ਪਹਿਲਾਂ ਸਟੇਸ਼ਨ ਤੇ ਪਹੁੰਚਿਆ ਉੱਥੇ ਦੇਖਿਆ ਜਦੋਂ ਅਸੀਂ ਦੇਖਿਆ ਬਹੁਤ ਸਾਰੇ ਲੋਕ ਸੀ ਉਹਨਾਂ ਵਿੱਚੋਂ ਇੱਕ ਆਪਦੇ ਫਰੈਂਡ ਨਾਲ ਗੱਲ ਕਰ ਰਿਹਾ ਸੀ ਪੂਰੀ ਉੱਚੀ ਉੱਚੀ ਗੱਲ ਕਰ ਰਿਹਾ ਸੀ ਕਦੇ ਕਿਹੜੇ ਟੌਪਿਕ ਚੱਕ ਲੈਂਦਾ ਕਦੇ ਕਿਹੜਾ ਟੌਪਿਕ ਮਤਲਬ ਇੱਥੇ ਲਿਖਿਆ ਨਾ ਐਵਰੀ ਸਬਜੈਕਟ ਅੰਡਰ ਦਾ ਸਨ ਮਤਲਬ ਉਹ ਤਾਂ ਚੁੱਪ ਹੀ ਨਹੀਂ ਕੀਤਾ ਕੋਈ ਟੌਪਿਕ ਹੀ ਨਹੀਂ ਸੀ ਜੋ ਉਹਨੇ ਛੱਡਿਆ ਹੋਵੇ if I had asked him to be good enough to talk in a lower tone, I dare say he would have thought I was a very rude fellow. ਜੇ ਮੈਂ ਮਾੜਾ ਜਿਹਾ ਉਹਨੂੰ ਕਹਿ ਦਿੰਦਾ ਪਲੀਜ਼ ਤੂੰ ਹੌਲੀ ਬੋਲ ਲੈ ਉਹਨੂੰ ਲੱਗਣਾ ਸੀ ਆਕੜ ਮਾਰਦਾ ਹੈ it did not occur to him ਉਹਨੂੰ ਦਿਮਾਗ 'ਚ ਹੀ ਨਹੀਂ ਆਇਆ that anybody could have anything better to do than to listen to him ਕਿ ਕਿਸੇ ਹੋਰ ਕੋਲ ਕੋਈ ਹੋਰ ਵੀ ਵਧੀਆ ਕੰਮ ਹੋ ਸਕਦਾ ਇਹਨੂੰ ਸੁਣਨ ਨਾਲੋਂ I have no doubt that he left the carriage convinced that everybody in it had, thanks to him, had a very illuminating journey and would carry away a pleasing impression of his great knowledge. ਉਹ ਗਿਆ ਵੀ ਇਸ ਤਰ੍ਹਾਂ ਕਹਿੰਦਾ ਮੈਨੂੰ ਪੱਕਾ ਪਤਾ ਸੀ ਉਹਦੇ ਮਨ 'ਚ ਇਹ ਚੀਜ਼ ਹੋਊਗੀ ਕਿ ਮੈਂ ਤਾਂ ਅੱਜ ਬੜੇ ਵਧੀਆ ਇੰਪ੍ਰੈਸ ਕੀਤਾ ਸਾਰਿਆਂ ਨੂੰ ਸਾਰੇ ਮੇਰੇ ਲਈ ਥੈਂਕਸ ਕਹਿ ਰਹੇ ਹੋਣਗੇ ਮਤਲਬ ਬੜੇ ਖੁਸ਼ ਹੋਣਗੇ ਕਿ ਇੰਨੀ ਨੌਲੇਜ ਦਿੱਤੀ ਉਹਨੇ ਹੀ ਵਾਸ ਆਬਵੀਅਸਲੀ ਆ ਵੈਲ ਇੰਟੈਂਸ਼ਨਡ ਪਰਸਨ ਉਹਨੂੰ ਪਤਾ ਸੀ ਉੱਚੀ ਬੋਲ ਰਿਹਾ ਹੈ ਉਹ ਆਪਦੀ ਗੱਲਾਂ ਦੇ ਨਾਲ ਦੂਜਿਆਂ ਨੂੰ ਇੰਪ੍ਰੈਸ ਕਰਨਾ ਚਾਹ ਰਿਹਾ ਸੀ ਉਹ ਚਾਹ ਰਿਹਾ ਸੀ ਸਾਰੇ ਮੇਰੀ ਗੱਲ ਸੁਣੋ the thing that was wrong with him was that he had not the social sense ਆ ਦੇਖੋ ਉਹ social sense ਹੈ ਨਹੀਂ ਸੀ ਉਹਨੂੰ he was not a clubable man clubable ਹੁੰਦਾ ਬੇਟੇ ਜਿਹੜਾ ਕਲੱਬ 'ਚ ਜਾਂਦਾ ਹੈ ਸਾਰਿਆਂ ਦੀ social society ਨੂੰ ਦੇਖਦਾ ਹੈ ਉਸ ਮੁਤਾਬਿਕ ਹੀ ਉਹ ਬਿਹੇਵ ਕਰਦਾ ਬਟ ਉਹ ਪਰਸਨ ਉਹ ਜਿਹਾ ਨਹੀਂ ਸੀ a reasonable line important ਹੈ a reasonable consideration for the rights and the feelings of others is the foundation of the social conduct ਮਤਲਬ ਧਿਆਨ ਵਿੱਚ ਰੱਖਣਾ ਸਾਡੇ ਰਾਈਟਸ ਨੂੰ ਤੇ ਦੂਜਿਆਂ ਦੀ ਫੀਲਿੰਗਸ ਨੂੰ ਇਹੀ ਸਮਾਜ ਦੇ ਵਿੱਚ ਰਹਿੰਦੇ ਹੋਏ ਵਿਹਾਰ ਹੋਣਾ ਚਾਹੀਦਾ ਹੈ ਕੰਡਕਟ ਮਤਲਬ ਸਾਡਾ ਬਿਹੇਵੀਅਰ ਲੈਟ ਅਸ ਟੇਕ ਦਾ ਗਿਟਾਰ as an illustration again a person who wants to learn to play on it is entitled to learn it in his own house even though he is a nuisance to his neighbors but it is his business to make the nuisance as light as possible ਮਤਲਬ ਤੁਸੀਂ ਗਿਟਾਰ ਵਜਾ ਸਕਦੇ ਹੋ ਆਪਦੇ ਘਰ ਵਿੱਚ ਨੇਬਰਸ ਉਹਦੇ ਨਾਲ ਦੁਖੀ ਨਹੀਂ ਹੋਣਗੇ ਬਟ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਉਹਨੂੰ ਕਿੰਨਾ ਕੁ ਉੱਚੀ ਆਵਾਜ਼ ਕਰਨੀ ਹੈ ਕਿੰਨੀ ਸਲੋ ਹੀ ਮਸਟ ਪ੍ਰੈਕਟਾਈਜ਼ ਇਨ ਐਟਿਕ ਹੁੰਦਾ ਜਿਵੇਂ ਛੋਟੇ ਛੋਟੇ ਪਹਿਲਾਂ ਪੈਲੇਸਿਸ ਦੇ ਵਿੱਚ ਇੱਕ ਛੋਟਾ ਜਿਹਾ ਰੂਮ ਬਣਿਆ ਹੁੰਦਾ ਸੀ ਪਰਛੱਤੀ ਜਿਵੇਂ ਕਹਿ ਦਿੰਦੇ ਆ ਐਟਿਕ ਉਹਨੂੰ ਬੋਲਦੇ ਆ ਐਂਡ ਦੈਨ ਸ਼ਟ ਦਾ ਵਿੰਡੋ ਉੱਥੇ ਵਿੰਡੋ ਵੀ ਸ਼ਟ ਕਰਕੇ ਉੱਥੇ ਕਰ ਸਕਦਾ ਹੀ ਹੈਜ਼ ਨੋ ਰਾਈਟ ਟੂ ਸਿਟ ਇਨ ਹਿਜ਼ ਫਰੰਟ ਰੂਮ ਓਪਨ ਦਾ ਵਿੰਡੋ ਬਲੋ ਹਿਜ਼ ਨੋਇਸ ਇਨਟੂ ਹਿਜ਼ ਨੇਬਰਸ ਈਅਰਸ ਪਰ ਇਹ ਨਾ ਉਹਦਾ ਰਾਈਟ ਨਹੀਂ ਨਾ ਪਹਿਲੇ ਰੂਮ 'ਚ ਬੈਠ ਗਿਆ ਵਿੰਡੋ ਵੀ ਓਪਨ ਕਰ ਲਈ ਉੱਚੀ ਉੱਚੀ ਬੋਲਣ ਲੱਗ ਗਿਆ ਉੱਚੀ ਉੱਚੀ ਗਿਟਾਰ ਵਜਾਉਣ ਲੱਗ ਗਿਆ ਵਿਦ ਦ ਮੈਕਸਿਮਮ ਆਫ ਵਾਇਲੈਂਸ ਯੂ ਆਰ ਇੰਟਰਫੀਅਰਿੰਗ ਵਿਦ ਦ ਲਿਬਰਟੀਜ਼ ਆਫ ਯੋਰ ਨੇਬਰਸ ਇਫ ਯੂ ਡੋਂਟ ਡੂ what you can to limit the noise to your own household. Your neighbors may prefer to have their Sunday afternoon undisturbed. ਹੋ ਸਕਦਾ ਉਹ ਤੁਹਾਡੇ
ਨੇਬਰਸ ਆ ਉਹ ਚਾਹੁੰਦੇ ਹੋਣ ਕਿ ਸਾਨੂੰ ਕੋਈ ਡਿਸਟਰਬ ਨਾ ਕਰੇ ਸੰਡੇ ਨੂੰ। ਇਟ ਇਜ਼ ਐਜ਼ ਗ੍ਰੇਟ ਐਜ਼ impertinence for you to willfully trespass ਖਰਾਬ ਕਰਨਾ on their trees as it would be to go unasked into the gardens and trample on their flower beds। ਲਾਈਨਸ ਦੇਖੋ ਕਿੰਨੀਆਂ ਵਧੀਆ ਦੱਸੀਆਂ ਹੈ। ਕਹਿੰਦੇ ਇਹ ਤੁਹਾਡੇ ਲਈ ਓਨਾ ਹੀ ਮਾੜਾ ਹੈ ਕਿ ਤੁਸੀਂ ਕਿਸੇ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਹੋ, ਖਰਾਬ ਕਰ ਰਹੇ ਹੋ, ਜਾਂ ਉਹਦੇ ਉੱਤੋਂ ਦੀ ਲਤੜ ਕੇ ਉਹਨਾਂ ਨੂੰ ਜਾ ਰਹੇ ਹੋ ਜਿਵੇਂ ਤੁਸੀਂ ਗਾਰਡਨ ਦੇ ਵਿੱਚ ਫਲਾਵਰਸ ਨੂੰ ਪੈਰਾਂ ਨਾਲ ਦੱਬ ਰਹੇ ਹੋ। There are cases of course where the clash of liberty seems to defy compromise। ਕਹਿੰਦੇ ਹਾਂ ਹੁੰਦਾ ਬਹੁਤ ਕਿ ਲਿਬਰਟੀਜ਼ ਕਲੈਸ਼ ਕਰ ਜਾਂਦੀ ਹੈ ਜਿਹਦੇ ਕਰਕੇ ਕੰਪਰੋਮਾਈਜ਼ ਕਰਨਾ ਪੈਂਦਾ, ਕਈ ਵਾਰੀ ਕੰਪਰੋਮਾਈਜ਼ ਵੀ ਨਹੀਂ ਕੀਤਾ ਜਾਂਦਾ। My dear old friend 10th मतलब जो 10th च पढ़ता है, who lives in West End Square and who is an amazing mixture of great nature and irascibility, flies into a passion where he hears a street piano and rushes out to order it away. But nearby lives a distinguished lady of romantic picaresque taste, who dotes on street pianos and attracts them as wasps are attracted to a jar of jam, whose liberty in this case should surrender to the other. For the like of me, I cannot say it is as responsible to like street pianos as to dislike them, and vice versa. I would give much to hear Sancho Panza's solution of such a nice riddle। ਦੇਖੋ ਰਜੇ ਇਹਦੇ ਵਿੱਚ ਸਿਰਫ ਇੰਨੀ ਗੱਲ ਦੱਸੀ ਹੈ ਕਿ ਉਹ ਇੱਕ ਮੇਰੀ ਫਰੈਂਡ ਹੈ ਜਾਂ ਮੇਰਾ ਫਰੈਂਡ ਹੈ ਜੋ ਵੈਸਟ ਐਂਡ ਸਕੇਅਰ ਤੇ ਰਹਿੰਦਾ ਹੈ, ਉਹਦੀ ਵਧੀਆ ਨੇਚਰ ਵੀ ਹੈ ਤੇ ਥੋੜਾ ਜਿਹਾ ਉਹ ਕੀ ਕਰਦਾ ਹੈ, ਉਹ ਪੈਸ਼ਨੇਬਲ ਵੀ ਹੈ, ਆਪਦੀ ਮਤਲਬ ਆਪਦੀ ਹੀ ਮਰਜ਼ੀ ਨਾਲ ਚੱਲਦਾ ਹੈ। ਜਿੱਥੇ ਵੇਅਰ ਹੀ ਹੀਅਰਸ ਅ ਸਟਰੀਟ ਪਿਆਨੋ ਐਂਡ ਰਸ਼ਿਜ਼ ਆਊਟ ਟੂ ਆਰਡਰ ਇਟ ਅਵੇ, ਜਿੱਥੇ ਉਹ ਸਟਰੀਟ ਪਿਆਨੋ ਦੇਖਦਾ ਉਹ ਭੱਜ ਜਾਂਦਾ ਉਹਨੂੰ ਪਾਸੇ ਕਰ ਦਿੰਦਾ ਹੈ। ਫਿਰ ਮੈਂ ਇੱਕ ਲੇਡੀ ਦੀ ਗੱਲ ਦੱਸੀ ਉਹਨਾਂ ਨੇ ਕਿ ਉਹ ਬੜੀ ਅਟਰੈਕਟਿਡ ਹੁੰਦੀ ਹੈ ਟੂਵਰਡਸ ਦੈਟ ਸਟਰੀਟ ਪਿਆਨੋਜ਼। ਮਤਲਬ ਕਹਿਣਾ ਕੀ ਚਾਹੁੰਦੇ ਹੈ ਕਿ ਕਈ ਵਾਰੀ ਸਾਡੇ ਰਾਈਟਸ ਡਿਫਰੈਂਟ ਹੁੰਦੇ ਹੈ, ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਕਿਸੇ ਨੂੰ ਨਹੀਂ ਚੰਗੀ ਲੱਗਦੀ, ਪਰ ਸਾਨੂੰ ਉਸ ਤਰ੍ਹਾਂ ਐਡਜਸਟ ਵੀ ਕਰਨਾ ਚਾਹੀਦਾ ਹੈ। I suppose the fact is that we can be neither complete anarchist, मतलब ਅਸੀਂ ਪੂਰੇ socialist ਵੀ ਨਹੀਂ ਹੋ ਸਕਦੇ ਤੇ ਬਿਲਕੁਲ ਵਿਰੋਧ ਦੇ ਵਿੱਚ ਵੀ ਨਹੀਂ ਜਾ ਸਕਦੇ। We must be a mixture, judicious mixture of both। ਕਈ ਵਾਰੀ ਕੀ ਹੁੰਦਾ ਹੈ ਸਾਨੂੰ ਆਪਣੇ ਮੁਤਾਬਿਕ ਹੀ ਚੱਲਣਾ ਪੈਂਦਾ ਹੈ, ਮਤਲਬ ਦੂਸਰੇ ਨੂੰ ਦੇਖ ਕੇ ਵੀ ਚੱਲਣਾ ਪੈਂਦਾ ਹੈ, ਅਸੀਂ ਆਪਦੀ ਲਿਬਰਟੀਜ਼ ਨੂੰ ਵੀ ਦੇਖ ਲੈਂਦੇ ਹਾਂ। We have both liberties to preserve our individual liberty and social liberty। I shall not permit any authority to say that my child must go to this school or that, shall specialize in science or arts, shall play cricket or soccer। These things are personal, ਇਹ ਸਾਰੀ ਚੀਜ਼ਾਂ personal ਹੈ। But I proceed to say my child shall have no education at all, ਇਹ ਗਲਤ ਚੀਜ਼ ਹੈ ਕਿਉਂਕਿ ਉਹਦੇ ਨਾਲ ਫਿਰ ਉਹ ਸੋਸਾਇਟੀ ਤੇ ਕੀ ਬਣ ਜਾਊਗਾ, ਇੱਕ ਬੋਝ ਬਣ ਜਾਊਗਾ। ਦੈਨ ਦੇਖੋ ਮੈਂ ਦੋ ਤਿੰਨ ਲਾਈਨਸ ਛੱਡ ਰਹੀ ਹਾਂ, ਦੈਨ ਇਹ ਤੁਸੀਂ ਆਪ ਰੀਡ ਕਰ ਲਿਓ। Then society will politely but firmly tell me that it has no use for primeval savages, and a very stern objection to pickpockets, that my child must have a certain minimum of education whether I like it or not। I cannot have the liberty to be nuisance to my neighbors and make my child a neighbor। ਆ ਦੇਖੋ ਮੈਂ ਕੁਛ ਇੰਜ ਨਹੀਂ ਕਰ ਸਕਦਾ, ਮੈਨੂੰ ਉਹ ਸੁਜੈਸਟ ਕਰ ਸਕਦੇ ਨਹੀਂ ਤੂੰ ਇੰਜ ਨਾ ਕਰ, ਤੇਰਾ ਬੱਚਾ ਗਲਤ ਜਾ ਸਕਦਾ ਹੈ, ਤੂੰ ਉਹਨੂੰ ਵਧੀਆ ਤਰ੍ਹਾਂ ਬਣਾ, ਇਹਦੇ ਨਾਲ ਉਹ ਡੇਂਜਰ ਬਣ ਜਾਊਗਾ ਸੋਸਾਇਟੀ ਲਈ ਵੀ ਨੇਸ਼ਨ ਲਈ ਵੀ। ਇਟ ਇਜ਼ in the small matters of conduct, in the observance of rule of road, that we pass judgment upon ourselves and declare that we are civilized or uncivilized। The great moments of heroism and sacrifice are rare। It is the little habits of commonplace intercourse that make up the great sum of life, or sweeten or make better the journey। I hope my friend in the railway carriage will reflect on this। ਦੇਖੋ ਬਹੁਤ ਸੋਹਣੀਆਂ ਲਾਈਨਸ ਹੈ, ਉਹਨਾਂ ਨੇ ਕਿਹਾ ਕਿ ਸਾਡੇ ਬਿਹੇਵੀਅਰ ਦੀ ਗੱਲ ਹੀ ਹੈ, ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਸਾਨੂੰ ਦੂਜਿਆਂ ਤੇ ਜਦੋਂ ਜਜਮੈਂਟ ਦਿੰਦੇ ਆ ਜਾਂ ਆਪਣੇ ਆਪ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਕਿੰਨੇ ਕੁ ਕਾਬਿਲ ਹੈ, ਡਿਕਲੇਅਰ ਕਰਨਾ ਚਾਹੀਦਾ ਕਿ ਅਸੀਂ ਸਿਵਲਾਈਜ਼ਡ ਹਾਂ ਕਿ ਨਹੀਂ ਆ। ਠੀਕ ਹੈ, ਕਹਿੰਦੇ ਹੀਰੋਇਜ਼ਮ ਜਾਂ ਸੈਕਰੀਫਾਈਸ ਦੀ ਬਹੁਤ ਘੱਟ ਹੁੰਦੀਆਂ ਜਿਹੜੀਆਂ ਇਹ ਮੂਵਮੈਂਟਸ ਹੁੰਦੀਆਂ, ਇਹ ਸਾਰੀਆਂ ਚੀਜ਼ਾਂ ਹੀ ਹੈ ਜੋ ਸਾਡੀ ਲਾਈਫ ਨੂੰ ਬਿਟਰ ਵੀ ਮਤਲਬ ਕੌੜਾ ਵੀ ਬਣਾ ਦਿੰਦੀਆਂ ਹੈ, ਸਵੀਟ ਵੀ ਕਰ ਦਿੰਦੀਆਂ ਹੈ। ਮਤਲਬ ਸੋਸਾਇਟੀ ਦੇ ਵਿੱਚ ਅਸੀਂ ਵਧੀਆ ਰਵਾਂਗੇ ਤਾਂ ਸਾਨੂੰ ਚੰਗਾ ਕਿਹਾ ਜਾਊਗਾ, ਨਹੀਂ ਤਾਂ ਸਾਨੂੰ ਉਸੇ ਤਰ੍ਹਾਂ ਹੀ ਕਿਹਾ ਜਾਊਗਾ ਕਿ accommodate ਨਹੀਂ ਕਰਦਾ। So these are the things that I had discussed with you in the chapter। ਕਹਿਣਾ ਉਹ ਚਾਹੁੰਦੇ ਹੈ that with the responsibility, with the liberty of one person, responsibility also comes, and every person has to take care of the liberties of others also। Thank you so much everyone for having such a time, and I request you all to kindly subscribe, share,
this video and press the bell button so that you can get the question answers of this lesson on time. Thank you everyone.